ਹੈਲੋ ਸਟੂਡੈਂਟਸ, ਵੈਲਕਮ ਟੂ ਸੋਸ਼ੋਲੋਜੀ ਲੈਕਚਰ। ਅੱਜ ਬੇਟਾ ਸੋਸ਼ਲ ਗਰੁੱਪ ਅਸੀਂ ਕਰ ਰਹੇ ਹਾਂ। ਅੱਜ ਸੋਸ਼ਲ ਗਰੁੱਪ ਦੇ ਵਿੱਚ ਅਸੀਂ ਨੈਕਸਟ ਟੌਪਿਕ ਦੀ ਰਿਵੀਜ਼ਨ ਕਰਾਂਗੇ, ਸੈਕੰਡਰੀ ਗਰੁੱਪ। ਪਿਛਲੇ ਲੈਕਚਰ ਦੇ ਵਿੱਚ ਅਸੀਂ ਪ੍ਰਾਇਮਰੀ ਗਰੁੱਪ ਕੀਤਾ, ਅੱਜ ਅਸੀਂ ਸੈਕੰਡਰੀ ਗਰੁੱਪ ਕਰ ਰਹੇ ਹਾਂ। ਸੈਕੰਡਰੀ ਗਰੁੱਪ ਬੇਟਾ, ਸੈਕੰਡਰੀ ਗਰੁੱਪ ਕੀ ਹੁੰਦਾ? ਅੱਜ ਦਾ ਸਾਡਾ ਪਹਿਲਾਂ ਨੋਟ ਕਰ ਲਓ, ਕੁਐਸਚਨ ਬਣ ਰਿਹਾ ਵਾ, ਵਟ ਇਜ਼ ਅ ਸੈਕੰਡਰੀ ਗਰੁੱਪ, ਰਾਈਟ ਦੇਅਰ ਫੀਚਰਸ। ਠੀਕ ਆ, ਇਹ ਮੋਸਟ ਇੰਪੋਰਟੈਂਟ ਕੁਐਸਚਨ ਆ, ਪੇਪਰ ਦੇ ਵਿੱਚ ਜ਼ਰੂਰ ਆਉਂਦਾ ਹੁੰਦਾ। ਸੈਕੰਡਰੀ ਗਰੁੱਪ ਕੀ ਹੁੰਦਾ? ਸੈਕੰਡਰੀ ਗਰੁੱਪ ਆਰ ਐਕਸਾਈਟਲੀ opposite to the primary group. Secondary groups generally develop for any special motives. They are large in size. Man enter these group for his personal interest and leave them after the attainment of his motive. There is no closeness of mutual relation among the members of this group. ਕਿ ਇਹਨੂੰ ਸੈਕੰਡਰੀ ਗਰੁੱਪ ਨੂੰ ਪੰਜਾਬੀ ਦੇ ਵਿੱਚ ਦੁਤੀਆ ਸਮੂਹ ਵੀ ਕਹਿੰਦੇ ਨੇ। ਠੀਕ ਆ, ਗੌਣ ਸਮੂਹ ਜਾਂ ਦੁਤੀਆ ਸਮੂਹ ਸ਼ਬਦ ਆ ਜਿਹੜਾ ਉਹ ਵਰਤੋਂ ਵਿੱਚ ਕੀਤਾ ਜਾਂਦਾ। ਦੁਤੀਆ ਸਮੂਹ ਕੀ ਹੁੰਦਾ? ਦੁਤੀਆ ਸਮੂਹ ਪ੍ਰਾਥਮਿਕ ਸਮੂਹ ਤੋਂ ਬਿਲਕੁਲ ਹੀ ਉਲਟ ਹੁੰਦਾ। ਇਹ ਸਮੂਹ ਕਿਸੇ ਵਿਸ਼ੇਸ਼ ਉਦੇਸ਼ ਦੇ ਲਈ ਬਣਾਏ ਜਾਂਦੇ ਨੇ। ਪ੍ਰਾਇਮਰੀ ਗਰੁੱਪ ਅਸੀਂ ਕੀਤਾ ਸੀ ਕਿ ਕਿਸੇ ਵਿਸ਼ੇਸ਼ ਉਦੇਸ਼ ਲਈ ਨਹੀਂ ਬਣਾਏ ਜਾਂਦੇ। ਵਿਅਕਤੀ ਦੀ ਜਿਹੜੀ ਮੈਂਬਰਸ਼ਿਪ ਆ ਉਹ ਕੁਦਰਤੀ ਤੌਰ 'ਤੇ ਆਪਣੇ ਆਪ ਵਿਅਕਤੀ ਉਸ ਦਾ ਮੈਂਬਰ ਬਣ ਜਾਂਦਾ। ਜਿਵੇਂ ਅਸੀਂ ਐਗਜ਼ਾਮਪਲ ਕੀਤੀ ਸੀ ਫੈਮਿਲੀ ਦੀ, ਪਰਿਵਾਰ ਦੀ। ਪਰਿਵਾਰ ਨੂੰ ਵਿਅਕਤੀ ਸੋਚ ਸਮਝ ਕੇ ਨਹੀਂ ਬਣਾਉਂਦਾ ਜਾਂ ਪਰਿਵਾਰ ਦਾ ਮੈਂਬਰ ਸੋਚ ਸਮਝ ਕੇ ਨਹੀਂ ਬਣਦਾ, ਕੁਦਰਤੀ ਤੌਰ 'ਤੇ ਜਿਸ ਪਰਿਵਾਰ ਵਿੱਚ ਜਨਮ ਲੈ ਲੈਂਦਾ ਉਹ ਉਸ ਦਾ ਮੈਂਬਰ ਬਣ ਜਾਂਦਾ। ਤਾਂ ਅਸੀਂ ਪਰਿਵਾਰ ਨੂੰ ਪ੍ਰਾਥਮਿਕ ਸਮੂਹ ਕਹਿੰਦੇ ਹਾਂ ਵਿਅਕਤੀ ਦਾ। ਅਤੇ ਹੁਣ ਸੈਕੰਡਰੀ ਸਮੂਹ ਦੀ ਗੱਲ ਕਰਦੇ ਹਾਂ। ਸੈਕੰਡਰੀ ਸਮੂਹ ਆ ਜਿਹੜਾ ਉਹ ਸੋਚ ਸਮਝ ਕੇ ਕਿਸੇ ਉਦੇਸ਼ ਨੂੰ ਪੂਰਾ ਕਰਨ ਦੇ ਲਈ ਬਣਾਏ ਜਾਂਦੇ ਨੇ, ਦੁਤੀਆ ਸਮੂਹ। ਅਤੇ ਆਪਣਾ ਉਦੇਸ਼ ਪੂਰਾ ਹੋਣ ਤੋਂ ਬਾਅਦ ਵਿਅਕਤੀ ਉਸ ਸਮੂਹ ਨੂੰ ਛੱਡ ਦਿੰਦਾ। ਦੁਤੀਆ ਸਮੂਹ ਦੇ ਮੈਂਬਰਾਂ ਵਿਚਕਾਰ ਆਪਸੀ ਸੰਬੰਧਾਂ ਦੀ ਨੇੜਤਾ ਅਤੇ ਗੂੜ੍ਹਾਪਨ ਨਹੀਂ ਪਾਇਆ ਜਾਂਦਾ। ਪ੍ਰਾਇਮਰੀ ਸਮੂਹ 'ਚ ਪਾਇਆ ਜਾਂਦਾ ਸੀ, ਕੀਤਾ ਸੀ, ਜਦੋਂ ਕਿ ਦੁਤੀਆ ਸਮੂਹ ਦੇ ਵਿੱਚ ਕੀ ਆ, ਜਿਹੜਾ ਆਪਸੀ ਰਿਲੇਸ਼ਨਸ ਨੇ ਉਹ ਉਹਨਾਂ ਵਿੱਚ ਗੂੜ੍ਹਾਪਨ ਆ ਜਿਹੜਾ, ਨੇੜਤਾ ਜਿਹੜੀ ਉਹ ਨਹੀਂ ਹੁੰਦੀ। ਤਾਂ ਇਹ ਤਾਂ ਸੀਗਾ ਬੇਟਾ ਦੁਤੀਆ ਸਮੂਹ, ਸੈਕੰਡਰੀ ਗਰੁੱਪ। ਅਤੇ ਹੁਣ ਅਸੀਂ ਉਹਦੀਆਂ ਫੀਚਰਸ ਕਰਾਂਗੇ, ਵਿਸ਼ੇਸ਼ਤਾਵਾਂ ਕਰਾਂਗੇ, ਮੋਸਟ ਇੰਪੋਰਟੈਂਟ ਨੇ। ਪਹਿਲੀ ਵਿਸ਼ੇਸ਼ਤਾ ਜਿਹੜੀ ਹੈਗੀ ਆ, ਹਿਊਮਨ ਹੈਵ ਡਾਇਰੈਕਟ ਰਿਲੇਸ਼ਨਸ, ਕਿ ਮੈਂਬਰ ਆਫ ਸੈਕੰਡਰੀ ਗਰੁੱਪ ਹੈਵ ਡਾਇਰੈਕਟ ਰਿਲੇਸ਼ਨ ਅਮੰਗ them. The process of cooperation is developed indirectly. Member of these group don't know each other. Their function is to do the duty and to do their role. For example, thousands of person work in a factory. ਠੀਕ ਆ, ਕਿ ਜਿੰਨੇ ਵੀ ਸੈਕੰਡਰੀ ਗਰੁੱਪ ਦੁਤੀਆ ਸਮੂਹ ਦਾ ਵਿੱਚ ਜਿੰਨੇ ਵੀ ਮੈਂਬਰ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਰਿਲੇਸ਼ਨਸ ਹੁੰਦੇ ਨੇ ਉਹ ਸਿੱਧੇ ਨਹੀਂ ਹੁੰਦੇ, ਅਸਿੱਧੇ ਹੁੰਦੇ ਨੇ। ਠੀਕ ਆ, ਇੱਕ ਦੂਜੇ ਦਾ ਸਹਿਯੋਗ ਆ ਜਿਹੜਾ ਉਹ ਹੁੰਦਾ, ਪਰ ਅਸਿੱਧੇ ਰੂਪ ਵਿੱਚ ਹੁੰਦਾ। ਇਹਨਾਂ ਸਮੂਹਾਂ ਦੇ ਮੈਂਬਰ ਇੱਕ ਦੂਜੇ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੇ ਅਤੇ ਇਹਨਾਂ ਦਾ ਮੁੱਖ ਕੰਮ ਆਪਣੀ ਭੂਮਿਕਾ ਨਿਭਾਉਣਾ ਹੁੰਦਾ ਹੈ। ਉਦਾਹਰਨ ਦੇ ਲਈ ਜਿਵੇਂ ਕਾਰ ਬਣਾਉਣ ਦੀ ਫੈਕਟਰੀ ਵਿੱਚ ਜਾਂ ਕੋਈ ਵੀ ਫੈਕਟਰੀ ਆ, ਪ੍ਰੋਡਕਸ਼ਨ ਹੋ ਰਹੀ ਆ, ਉਹਦੇ ਵਿੱਚ ਜਿੰਨੇ ਇੰਪਲੋਏ ਕੰਮ ਕਰਦੇ ਹੋ, ਇੱਕ ਕੋਆਪਰੇਸ਼ਨ, ਉਹਨਾਂ ਵਿੱਚ ਸਹਿਯੋਗ ਤਾਂ ਹੁੰਦਾ ਕੰਮ ਕਰਨ ਦੇ ਲਈ, ਪਰ ਅਸਿੱਧੇ ਰੂਪ ਵਿੱਚ ਹੁੰਦਾ, ਤਾਂ ਹੀ ਉਹ ਫੈਕਟਰੀ ਕੰਮ ਕਰਦੀ ਹੈ। ਬਟ ਆਪਸ ਵਿੱਚ ਜਿੰਨੇ ਮੈਂਬਰ ਨੇ ਉਹਨਾਂ ਦਾ ਆਪਸ ਵਿੱਚ ਜਿਹੜਾ ਰਿਲੇਸ਼ਨ ਆ ਉਹ ਕਲੋਜ਼ ਨਹੀਂ ਹੁੰਦਾ, ਸਿੱਧਾ ਨਹੀਂ ਹੁੰਦਾ, ਅਸਿੱਧਾ ਹੁੰਦਾ। ਠੀਕ ਆ, ਇਜ਼ ਇਟ ਕਲੀਅਰ? ਨੈਕਸਟ ਪੁਆਇੰਟ, ਲਾਰਜ ਇਨ ਸਾਈਜ਼, ਕਿ ਸੈਕੰਡਰੀ ਗਰੁੱਪ ਦਾ ਜਿਹੜਾ ਸਾਈਜ਼ ਆ ਉਹ ਲਾਰਜ ਹੁੰਦਾ। ਮੈਂਬਰਸ਼ਿਪ ਆਫ ਪੀਪਲ ਇਜ਼ ਨੋਟ ਡੈਫੀਨੇਟ, they are scattered everywhere. For example, members of any political party are scattered everywhere in the country. Now the needs of man have increased and he cannot fulfill these needs while living only in primary group. That is why he solve his problem by taking membership of these group. ਕਿ ਸੈਕੰਡਰੀ ਗਰੁੱਪ ਦੁਤੀਆ ਸਮੂਹ ਆਕਾਰ ਵਿੱਚ ਵੱਡੇ ਹੁੰਦੇ ਨੇ, ਵਿਅਕਤੀਆਂ ਦੀ ਮੈਂਬਰਸ਼ਿਪ ਆ ਜਿਹੜੀ ਉਹ ਨਿਸ਼ਚਿਤ ਡੈਫੀਨਿਟ ਨਹੀਂ ਹੁੰਦੀ, ਦੂਰ ਦੂਰ ਤੱਕ ਜਿਹੜੇ ਵਿਅਕਤੀ ਨੇ ਉਹ ਫੈਲੇ ਹੁੰਦੇ ਨੇ। ਜਿਵੇਂ ਅਸੀਂ ਕਿਸੇ ਰਾਜਨੀਤਿਕ ਪੋਲੀਟੀਕਲ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਕਿਸੇ ਇੱਕ ਭਾਜਪਾ ਪਾਰਟੀ ਆ ਤਾਂ ਉਹਦੇ ਇਹ ਨਹੀਂ ਕਿਸੇ ਇੱਕ ਸਟੇਟ ਤੱਕ ਮੈਂਬਰ ਸੀਮਤ ਨੇ, ਪੂਰੇ ਦੇਸ਼ ਵਿੱਚ ਦੂਰ ਦੂਰ ਤੱਕ ਇਸ ਕੰਪਨੀ ਦੇ ਇਸ ਪਾਰਟੀ ਦੇ ਜਿਹੜੇ ਮੈਂਬਰਸ ਨੇ, ਜਿਹੜੀਆਂ ਗਰੁੱਪ ਨੇ ਉਹ ਹੈਗੇ ਨੇ।
ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕੰਪਨੀਆਂ ਇੱਦਾਂ ਦੀਆਂ ਹੁੰਦੀਆਂ ਨੇ, ਬਹੁਤ ਸਾਰੇ ਜਿਵੇਂ ਹੁਣ ਅਸੀਂ CBSE ਸਕੂਲਸ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਨੇ, ਠੀਕ ਆ। ਤਾਂ ਇਹ ਜਿਹੜੇ ਪ੍ਰਾਥਮਿਕ ਸਮੂਹ ਦੇ ਵਿੱਚ ਕੁਝ ਜ਼ਰੂਰਤਾਂ ਵਿਅਕਤੀ ਦੀਆਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਿਰਫ ਪ੍ਰਾਥਮਿਕ ਸਮੂਹ ਤੋਂ ਪੂਰੀਆਂ ਨਹੀਂ ਹੁੰਦੀਆਂ, ਪਰਿਵਾਰ ਤੋਂ ਨਹੀਂ ਪੂਰੀਆਂ ਹੁੰਦੀਆਂ। ਤਾਂ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਅਕਤੀ ਨੂੰ ਘਰ ਤੋਂ ਬਾਹਰ ਦੂਜੇ ਸਮੂਹਾਂ ਦਾ ਮੈਂਬਰ ਆ ਜਿਹੜਾ ਉਹਨਾਂ ਦਾ ਬਣਨਾ ਪੈਂਦਾ, ਠੀਕ ਆ। ਆਕਾਰ ਵਿੱਚ ਕੀ ਨੇ, ਇਹ ਵੱਡੇ ਹੁੰਦੇ ਨੇ। ਨੈਕਸਟ ਜਿਹੜੀ ਵਿਸ਼ੇਸ਼ਤਾ ਹੈਗੀ ਆ ਫਾਰਮਲ ਰਿਲੇਸ਼ਨਸ, ਦਾ ਮਿਊਚੁਅਲ ਰਿਲੇਸ਼ਨ ਅਮੰਗ ਦਾ ਇੰਡੀਵਿਜੂਅਲ ਆਰ ਜਨਰਲੀ ਫਾਰਮਲ. Man does his work, obey the rules, get his pay, and still they don't even other employees of their office, for example banks, schools, etc. ਕਿ ਇਹਨਾਂ ਸਮੂਹਾਂ ਦੇ ਵਿਚਕਾਰ ਜਿਹੜੇ ਸੰਬੰਧ ਨੇ, ਹੁਣ ਬੈਂਕ ਆ, ਸਕੂਲ ਆ, ਇਹ ਕਿਸੇ ਪਰਸਨ ਦਾ ਸੈਕੰਡਰੀ ਗਰੁੱਪ ਆ, ਦੁੱਤੀਆ ਸਮੂਹ ਜਿਹਨੂੰ ਅਸੀਂ ਕਹਿੰਦੇ ਆ, ਠੀਕ ਆ। ਪਰਿਵਾਰ ਤੋਂ ਬਾਅਦ ਜਦੋਂ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਾਹਰ ਜਾਂਦੇ ਹਾਂ ਤਾਂ ਬਾਹਰ ਜਿਹੜੇ ਬੈਂਕ, ਸਕੂਲ, ਹੋਰ ਜਿਹੜੇ ਇੱਦਾਂ ਦੀ ਜਿਹੜੇ ਆਰਗੇਨਾਈਜੇਸ਼ਨਸ ਨੇ, ਇਹ ਸਾਡੇ ਸੈਕੰਡਰੀ ਗਰੁੱਪ ਨੇ ਜਿਨ੍ਹਾਂ ਦਾ ਅਸੀਂ ਮੈਂਬਰ ਆ। ਤਾਂ ਇਹਨਾਂ ਦੇ ਵਿੱਚ ਕੀ ਆ, ਵਿਅਕਤੀ ਕੰਮ ਕਰਦਾ, ਕੰਮ ਦੇ ਬਦਲੇ ਵਿੱਚ ਉਹਨੂੰ ਸੈਲਰੀ, ਪੇ ਮਿਲਦਾ, ਜੋ ਵੀ ਆ, ਠੀਕ ਆ। ਤਾਂ ਨਿਯਮਾਂ ਦੀ ਪਾਲਣਾ ਕਰਦਾ, ਰੂਲ ਐਂਡ ਰੈਗੂਲੇਸ਼ਨਸ ਨੇ, ਠੀਕ ਆ, ਉਹਨਾਂ ਨੂੰ ਫੋਲੋ ਕਰਦਾ। ਆਪਸ ਵਿੱਚ ਇਨਡਾਇਰੈਕਟ ਰਿਲੇਸ਼ਨਸ ਹੁੰਦੇ ਨੇ, ਬੈਂਕ ਦੇ ਵਿੱਚ ਸਾਡੇ ਇਨਡਾਇਰੈਕਟ ਰਿਲੇਸ਼ਨ ਆ, ਪਰਸਨਲੀ ਨਹੀਂ ਹੈਗੇ, ਸਕੂਲ ਦੇ ਵਿੱਚ ਵੀ ਆ। ਇਹ ਸਾਰੇ ਇਹਨਾਂ ਰਿਲੇਸ਼ਨਸ ਨੂੰ ਫਾਰਮਲ ਰਿਲੇਸ਼ਨਸ ਕਿਹਾ ਜਾਂਦਾ, ਜਿਹੜੇ ਸੈਕੰਡਰੀ ਗਰੁੱਪ ਦੇ ਵਿੱਚ ਪਾਏ ਜਾਂਦੇ ਨੇ, ਠੀਕ ਹੈ ਬੇਟਾ। ਨੈਕਸਟ ਪੁਆਇੰਟ ਆ ਫਾਰਮਲ ਆਰਗੇਨਾਈਜੇਸ਼ਨ, ਸਮ ਸਪੈਸੀਫਿਕ ਰੂਲਸ ਆਰ ਜਨਰਲੀ ਮੇਡ ਫॉर द formation of secondary groups and man has obeyed these rules. That is why the problem of these group are generally solved by expert. It means that the work of secondary group is done an organized way. Man gets status and role according to his ability and qualification. कि ਸੈਕੰਡਰੀ ਗਰੁੱਪ ਰਸਮੀ ਦੁੱਤੀਆ ਸਮੂਹ ਜਿਹੜੇ ਨੇ ਉਹ ਕੀ ਹੈ, ਇੱਕ ਕਿਸਮ ਦੇ ਰਸਮੀ ਸੰਗਠਨ ਨੇ। ਇਹਨਾਂ ਦਾ ਜਿਹੜਾ ਨਿਰਮਾਣ ਆ ਕਿਸੇ ਨਿਯਮਾਂ ਦੇ ਅਧੀਨ ਹੁੰਦਾ ਅਤੇ ਮੈਂਬਰ ਇਹਨਾਂ ਨਿਯਮਾਂ ਦੀ ਪਾਲਣਾ ਜਿਹੜੀ ਉਹ ਕਰਦੇ ਨੇ। ਅਤੇ ਸਮੱਸਿਆ ਜੇ ਕੋਈ ਵੀ ਹੁੰਦੀ ਹੈ ਉਸ ਸਮੂਹ ਦੇ ਮੈਂਬਰ ਦੀ ਜਾਂ ਸਮੂਹ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਕਿਸੇ ਐਕਸਪਰਟ, ਕਿਸੇ ਮਾਹਰ ਦੁਆਰਾ ਉਹਨੂੰ ਸੁਲਝਾਇਆ ਜਾਂਦਾ। ਦੁੱਤੀਆ ਸਮੂਹ ਦਾ ਸਾਰਾ ਕੰਮ ਕਿਸੇ ਨਾ ਕਿਸੇ ਤਰਤੀਬ ਵਿੱਚ ਹੁੰਦਾ। ਹਰੇਕ ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਹੁੰਦੀ ਹੈ, ਉਸ ਦੀ ਯੋਗਤਾ ਉੱਤੇ ਆਧਾਰਿਤ ਹੁੰਦੀ ਹੈ। ਨੈਕਸਟ ਪੁਆਇੰਟ ਆ ਬੇਟਾ, ਮੈਂਬਰਸ਼ਿਪ ਇਜ਼ ਆਪਸ਼ਨਲ, ਇੱਛਕ ਮੈਂਬਰਸ਼ਿਪ। ਕਿ ਸੈਕੰਡਰੀ ਗਰੁੱਪ ਦੇ ਵਿੱਚ ਮੈਂਬਰਸ਼ਿਪ ਆਫ ਸੈਕੰਡਰੀ ਗਰੁੱਪ ਡਿਪੈਂਡਸ ਅਪੋਨ ਦਾ will of individual because these group have been developed to fulfill any special objective. It means that every person is not a member of every secondary group. Man can leave their membership after the achievement of his objectives. ਕਿ ਦੁੱਤੀਆ ਸਮੂਹ ਦੀ ਮੈਂਬਰਸ਼ਿਪ ਇੱਛਕ ਹੁੰਦੀ ਹੈ, ਇਹ ਵਿਅਕਤੀ ਦੀ ਇੱਛਾ ਉੱਤੇ ਨਿਰਭਰ ਨਹੀਂ ਕਰਦੀ। ਇਸ ਦਾ ਕਾਰਨ ਇਹ ਹੈ ਕਿ ਦੁੱਤੀਆ ਸਮੂਹ ਕਿਸੇ ਨਾ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਬਣਾਏ ਜਾਂਦੇ ਨੇ। ਇਸ ਦਾ ਅਰਥ ਇਹ ਵੀ ਆ ਕਿ ਹਰੇਕ ਵਿਅਕਤੀ ਦੁੱਤੀਆ ਸਮੂਹ ਦਾ ਮੈਂਬਰ ਨਹੀਂ ਹੁੰਦਾ। ਵਿਅਕਤੀ ਨੂੰ ਸਮੂਹ ਦੀ ਜਿਹੜੀ ਮੈਂਬਰਸ਼ਿਪ ਆਪਣੀ ਇੱਛਾ ਦੇ ਆਧਾਰ 'ਤੇ ਹੁੰਦੀ ਆ, ਉਹ ਉਸ ਨੂੰ ਜਦੋਂ ਉਹਦਾ ਉਦੇਸ਼ ਆ, ਏਮ ਆ, ਪੂਰਾ ਹੋ ਜਾਂਦਾ, ਉਹਨੂੰ ਛੱਡ ਦਿੰਦਾ। ਜਿਵੇਂ ਫੋਰ ਐਗਜ਼ਾਮਪਲ ਅਸੀਂ ਸਕੂਲ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਸਕੂਲ ਕੀ ਆ, ਸੈਕੰਡਰੀ ਗਰੁੱਪ ਆ ਪਰਸਨ ਦਾ। ਅਸੀਂ ਬੱਚਾ ਫੈਮਿਲੀ ਤੋਂ ਬਾਅਦ ਸੈਕੰਡਰੀ ਸਮੂਹ ਦਾ ਜਿਹੜਾ ਮੈਂਬਰ ਬਣਦਾ, ਸਕੂਲ ਜਾਂਦਾ, ਠੀਕ ਆ। ਤਾਂ ਉਹ ਇੱਕ ਇੱਛਾ ਲੈ ਕੇ ਜਾਂਦਾ ਐਜੂਕੇਸ਼ਨ ਦੇ, ਸਿੱਖਿਆ ਪ੍ਰਾਪਤ ਕਰਨ ਦੇ ਲਈ, ਔਰ ਉਹਦਾ ਕੋਈ ਟਾਈਮ ਪੀਰੀਅਡ ਆ, ਡਿਊਰੇਸ਼ਨ ਆ। ਜਦੋਂ ਉਹਦਾ ਉਹ ਟਾਈਮ ਪੀਰੀਅਡ ਜਾਂ ਉਹਦੀ ਉਹ ਐਜੂਕੇਸ਼ਨ ਉਸ ਲੈਵਲ ਦੀ ਪੂਰੀ ਹੋ ਜਾਂਦੀ ਆ ਤਾਂ ਉਹ ਉਹਨੂੰ ਆਪਣੀ ਇੱਛਾ ਨਾਲ ਛੱਡ ਦਿੰਦਾ। ਇਹ ਨਹੀਂ ਕਿ ਸਾਰੀ ਉਮਰ ਸਾਰੀ ਉਮਰ ਉਸੇ ਸਕੂਲ 'ਚ ਹੀ ਜਾਂਦਾ ਰਹਿੰਦਾ, ਠੀਕ ਆ। ਇਸੇ ਤਰ੍ਹਾਂ ਬੈਂਕ ਆ, ਇਸੇ ਤਰ੍ਹਾਂ ਹੌਸਪੀਟਲਸ ਨੇ, ਇਸੇ ਤਰ੍ਹਾਂ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰੀਆਂ ਹੋਰ ਦੁੱਤੀਆ ਸੰਗਠਨ ਨੇ, ਆਰਗੇਨਾਈਜੇਸ਼ਨ ਨੇ, ਸੈਕੰਡਰੀ ਆਰਗੇਨਾਈਜੇਸ਼ਨ ਨੇ, ਜਿਨ੍ਹਾਂ ਦਾ ਵਿਅਕਤੀ ਘਰ ਤੋਂ ਬਾਅਦ ਵਿੱਚ ਮੈਂਬਰ ਬਣਦਾ, ਪਰ ਉਹ ਜਿੰਨੀ ਦੇਰ ਤੱਕ ਉਹਦਾ ਉਦੇਸ਼, ਏਮ ਜਿਹਦੇ ਲਈ ਉਹ ਮੈਂਬਰ ਬਣਿਆ ਉਹ ਪੂਰਾ ਹੋ ਜਾਂਦਾ ਤਾਂ ਉਹ ਉਸ ਗਰੁੱਪ ਨੂੰ ਲੀਵ ਕਰ ਦਿੰਦਾ, ਛੱਡ ਦਿੰਦਾ। ਤਾਂ ਬੇਟਾ ਉਮੀਦ ਕਰਦੀ ਹਾਂ ਅੱਜ ਅਸੀਂ ਜਿਹੜਾ ਇਹ ਸੈਕੰਡਰੀ ਗਰੁੱਪ ਦੀਆਂ ਫੀਚਰਸ ਕੀਤੀਆਂ। ਮੈਂਬਰਸ਼ਿਪ ਇਜ਼ ਆਪਸ਼ਨਲ, ਫਾਰਮਲ ਆਰਗੇਨਾਈਜੇਸ਼ਨ ਰਸਮੀ ਸੰਗਠਨ, ਫਾਰਮਲ ਰਿਲੇਸ਼ਨਸ ਰਸਮੀ ਸੰਬੰਧ, ਲਾਰਜ ਇਨ ਸਾਈਜ਼ ਆਕਾਰ ਵਿੱਚ ਵੱਡਾ, ਹਿਊਮਨ
ਹੈਵ ਡਾਇਰੈਕਟ ਰਿਲੇਸ਼ਨ, ਮਨੁੱਖਾਂ ਵਿੱਚ ਸਿੱਧੇ ਸੰਬੰਧ। ਇਹ ਦੀਆਂ ਮੋਸਟ ਇੰਪੋਰਟੈਂਟ ਫੀਚਰਸ ਨੇ। 6 ਨੰਬਰ ਦਾ ਲੌਂਗ ਕੁਐਸਚਨ ਤੁਸੀਂ ਅਟੈਂਪਟ ਕਰਨਾ ਪੇਪਰ ਦੇ ਵਿੱਚ, ਔਰ ਐਨੀ 6 ਔਰ 5 ਪੁਆਇੰਟਸ ਨੇ ਜਿਹੜੇ ਤੁਸੀਂ ਇਸੇ ਤਰ੍ਹਾਂ ਰਾਈਟ ਕਰੋਗੇ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਇੰਗਲਿਸ਼ ਮੀਡੀਅਮ ਵਿੱਚ, ਪੰਜਾਬੀ ਮੀਡੀਅਮ ਵਾਲੇ ਬੱਚੇ ਪੰਜਾਬੀ ਮੀਡੀਅਮ ਵਿੱਚ। ਅੱਜ ਦੇ ਲੈਕਚਰ ਦੇ ਲਈ ਬੇਟਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।